ਜਿਵੇਂ ਕਿ ਕਿਸੇ ਬੁੱਕ ਨੂੰ ਲਿਖਣ ਵਿੱਚ ਭਾਵੇਂ 5 ਤੋਂ 10 ਸਾਲ ਲੱਗ ਸਕਦੇ ਨੇ, ਪਰ ਉਸ ਨੂੰ ਪੜ੍ਹਨ ਵਿੱਚ ਕੁਝ ਦਿਨਾਂ ਦਾ ਹੀ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਹੀ ਸਟੀਵ ਜੌਬ, ਐਪਲ ਕੰਪਨੀ ਦੇ ਕੋ-ਫਾਊਂਡਰ, ਉਹਨਾਂ ਨੇ ਆਪਣੀ ਜ਼ਿੰਦਗੀ ਦੇ 50 ਸਾਲਾਂ ਦੇ ਤਜਰਬੇ ਤੋਂ ਜੋ ਸਿੱਖਿਆ, ਉਹ 2005 ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ 15 ਮਿੰਟ ਦੀ ਲਾਈਫ ਚੇਂਜਿੰਗ ਸਪੀਚ ਦੁਆਰਾ ਦੱਸਿਆ। ਤੇ ਇਹ ਸਪੀਚ ਤੁਹਾਨੂੰ ਪੰਜਾਬੀ ਵਿੱਚ ਸੁਣਾਉਣ ਜਾ ਰਹੇ ਹਾਂ, ਇਸ ਲਈ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਧਿਆਨ ਨਾਲ ਜ਼ਰੂਰ ਸੁਣਿਓ। ਥੈਂਕ ਯੂ। ਅੱਜ ਦੁਨੀਆ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚੋਂ ਇੱਕ ਦੇ ਦੀਕਸ਼ਾਂਤ ਸਮਾਰੋਹ ਵਿੱਚ ਸ਼ਾਮਲ ਹੋਣ 'ਤੇ ਮੈਂ ਗਰਵ ਮਹਿਸੂਸ ਕਰ ਰਿਹਾ ਹਾਂ। ਮੈਂ ਤੁਹਾਨੂੰ ਇੱਕ ਸੱਚ ਦੱਸਾਂ, ਮੈਂ ਕਦੇ ਕਿਸੇ ਕਾਲਜ ਵਿੱਚੋਂ ਪਾਸ ਨਹੀਂ ਹੋਇਆ ਅਤੇ ਮੈਂ ਅੱਜ ਪਹਿਲੀ ਵਾਰ ਕਾਲਜ ਗ੍ਰੈਜੂਏਸ਼ਨ ਸੈਰੇਮਨੀ ਦੇ ਇੰਨਾ ਨਜ਼ਦੀਕ ਪਹੁੰਚਿਆ ਹਾਂ। ਅੱਜ ਮੈਂ ਤੁਹਾਨੂੰ ਆਪਣੇ ਜੀਵਨ ਦੀਆਂ 3 ਕਹਾਣੀਆਂ ਸੁਣਾਉਣਾ ਚਾਹੁੰਦਾ ਹਾਂ। ਜ਼ਿਆਦਾ ਕੁਝ ਨਹੀਂ, ਬਸ 3 ਕਹਾਣੀਆਂ। ਮੇਰੀ ਪਹਿਲੀ ਕਹਾਣੀ ਡਾਟਸ ਕਨੈਕਟ ਕਰਨ ਦੇ ਬਾਰੇ ਵਿੱਚ ਹੈ। ਰੀਡ ਕਾਲਜ ਵਿੱਚ ਦਾਖਲਾ ਲੈਣ ਤੋਂ ਬਾਅਦ 6 ਮਹੀਨੇ ਦੇ ਅੰਦਰ ਹੀ ਮੈਂ ਪੜ੍ਹਾਈ ਛੱਡ ਦਿੱਤੀ। 18 ਮਹੀਨੇ ਤੱਕ ਮੈਂ ਉੱਥੇ ਆਉਂਦਾ ਜਾਂਦਾ ਰਿਹਾ। ਤਾਂ ਸਵਾਲ ਉੱਠਦਾ ਹੈ, ਕਾਲਜ ਕਿਉਂ ਛੱਡਿਆ? ਐਕਚੁਅਲੀ ਇਹਦੀ ਸ਼ੁਰੂਆਤ ਮੇਰੇ ਜਨਮ ਤੋਂ ਪਹਿਲਾਂ ਦੀ ਹੈ। ਮੇਰੀ ਬਾਇਓਲੋਜੀਕਲ ਮਦਰ ਇੱਕ ਯੰਗ ਅਨਮੈਰਿਡ ਗ੍ਰੈਜੂਏਟ ਸਟੂਡੈਂਟ ਸੀ ਅਤੇ ਉਹ ਮੈਨੂੰ ਕਿਸੇ ਹੋਰ ਨੂੰ ਅਡਾਪਸ਼ਨ ਲਈ ਦੇਣਾ ਚਾਹੁੰਦੀ ਸੀ, ਪਰ ਉਹਨਾਂ ਦੀ ਖੁਆਇਸ਼ ਸੀ ਕਿ ਕੋਈ ਕਾਲਜ ਗ੍ਰੈਜੂਏਟ ਹੀ ਮੈਨੂੰ ਅਡਾਪਟ ਕਰੇ। ਸਾਰਾ ਕੁਝ ਬਿਲਕੁਲ ਸਹੀ ਸੀ। ਮੈਂ ਇੱਕ ਵਕੀਲ ਤੇ ਉਸਦੀ ਪਤਨੀ ਦੁਆਰਾ ਅਡਾਪਟ ਕੀਤਾ ਜਾਣ ਵਾਲਾ ਸੀ ਕਿ ਅਚਾਨਕ ਉਸ ਜੋੜੇ ਨੇ ਆਪਣਾ ਵਿਚਾਰ ਬਦਲ ਦਿੱਤਾ ਤੇ ਡਿਸਾਈਡ ਕੀਤਾ ਕਿ ਉਹਨਾਂ ਨੂੰ ਇੱਕ ਕੁੜੀ ਚਾਹੀਦੀ ਹੈ। ਇਸ ਲਈ ਅੱਧੀ ਰਾਤ ਨੂੰ ਮੇਰੇ ਮਾਤਾ-ਪਿਤਾ ਜੋ ਵੇਟਿੰਗ ਲਿਸਟ ਵਿੱਚ ਸੀ, ਉਹਨਾਂ ਨੂੰ ਕਾਲ ਕਰਕੇ ਦੱਸਿਆ ਗਿਆ ਕਿ ਸਾਡੇ ਕੋਲ ਇੱਕ ਬੇਬੀ ਬੁਆਏ ਹੈ, ਕੀ ਤੁਸੀਂ ਉਸ ਨੂੰ ਗੋਦ ਲੈਣਾ ਚਾਹੋਗੇ? ਅਤੇ ਉਹਨਾਂ ਨੇ ਝੱਟ ਹੀ ਹਾਂ ਕਰ ਦਿੱਤੀ। ਬਾਅਦ ਵਿੱਚ ਬਾਇਓਲੋਜੀਕਲ ਮਾਂ ਨੂੰ ਪਤਾ ਚੱਲਿਆ ਕਿ ਮੇਰੀ ਮਾਂ ਕਾਲਜ ਪਾਸ ਨਹੀਂ ਹੈ, ਮੇਰੇ ਪਿਤਾ ਹਾਈ ਸਕੂਲ ਵੀ ਪਾਸ ਨਹੀਂ। ਇਸ ਕਰਕੇ ਉਹਨਾਂ ਨੇ ਅਡਾਪਸ਼ਨ ਪੇਪਰ ਸਾਈਨ ਕਰਨ ਤੋਂ ਮਨਾ ਕਰ ਦਿੱਤਾ। ਪਰ ਕੁਝ ਮਹੀਨੇ ਬਾਅਦ ਮੇਰੇ ਹੋਣ ਵਾਲੇ ਮਾਤਾ-ਪਿਤਾ ਦੇ ਕਾਲਜ ਭੇਜਣ ਦੇ ਵਾਅਦੇ ਦੇ ਕਾਰਨ ਉਹ ਮੰਨ ਗਈ। ਤਾਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੋਈ ਅਤੇ 17 ਸਾਲ ਬਾਅਦ ਮੈਂ ਕਾਲਜ ਗਿਆ ਤੇ ਗਲਤੀ ਨਾਲ ਮੈਂ ਸਟੈਨਫੋਰਡ ਵਰਗਾ ਮਹਿੰਗਾ ਕਾਲਜ ਚੁਣ ਲਿਆ। ਮੇਰੇ ਵਰਕਿੰਗ ਕਲਾਸ ਮਾਤਾ-ਪਿਤਾ ਦੀ ਸਾਰੀ ਜਮ੍ਹਾਂ ਕਮਾਈ ਮੇਰੀ ਪੜ੍ਹਾਈ 'ਤੇ ਲੱਗਣ ਲੱਗੀ। 6 ਮਹੀਨੇ ਬਾਅਦ ਮੈਨੂੰ ਇਸ ਪੜ੍ਹਾਈ ਵਿੱਚ ਕੋਈ ਵੈਲਿਊ ਨਹੀਂ ਦਿਖੀ। ਮੈਨੂੰ ਕੋਈ ਆਈਡੀਆ ਨਹੀਂ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕਰਨਾ ਚਾਹੁੰਦਾ ਹਾਂ ਅਤੇ ਕਾਲਜ ਮੈਨੂੰ ਇਸ ਵਿੱਚ ਕਿਵੇਂ ਮਦਦ ਕਰੇਗਾ। ਤੇ ਉੱਪਰ ਤੋਂ ਮੈਂ ਆਪਣੇ ਮਾਤਾ-ਪਿਤਾ ਦੀ ਜੀਵਨ ਭਰ ਦੀ ਕਮਾਈ ਖਰਚ ਕਰਦਾ ਜਾ ਰਿਹਾ ਸੀ। ਇਸ ਲਈ ਮੈਂ ਕਾਲਜ ਡ੍ਰੌਪ ਆਊਟ ਕਰਨ ਦਾ ਫੈਸਲਾ ਲਿਆ ਤੇ ਸੋਚਿਆ ਜੋ ਹੋਵੇਗਾ ਚੰਗਾ ਹੀ ਹੋਵੇਗਾ। ਉਸ ਵਕਤ ਮੇਰੇ ਲਈ ਇਹ ਬਹੁਤ ਡਰਾਵਨਾ ਸੀ, ਬਟ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਡਿਸੀਜਨ ਸੀ। ਜਦੋਂ ਇਹ ਕਾਲਜ ਛੱਡਿਆ, ਮੇਰੇ ਉੱਪਰੋਂ ਜ਼ਰੂਰੀ ਕਲਾਸਿਸ ਕਰਨ ਦੀ ਮਜਬੂਰੀ ਖਤਮ ਹੋ ਗਈ ਤੇ ਮੈਂ ਚੁੱਪਚਾਪ ਆਪਣੇ ਇੰਟਰਸਟ ਦੀਆਂ ਕਲਾਸਿਸ ਲਗਾਉਣ ਲੱਗਾ। ਇਹ ਸਾਰਾ ਕੁਝ ਇੰਨਾ ਸੌਖਾ ਨਹੀਂ ਸੀ। ਮੇਰੇ ਕੋਲ ਰਹਿਣ ਲਈ ਕੋਈ ਰੂਮ ਨਹੀਂ ਸੀ, ਇਸ ਲਈ ਮੈਂ ਆਪਣੇ ਦੋਸਤਾਂ ਦੇ ਰੂਮ ਵਿੱਚ ਫਰਸ਼ 'ਤੇ ਸੌਂਦਾ ਸੀ। ਮੈਂ ਕੋਕ ਦੀ ਬੋਤਲ ਨੂੰ ਵਾਪਸ ਕਰਕੇ ਮਿਲਣ ਵਾਲੇ ਪੈਸਿਆਂ ਨਾਲ ਖਾਣਾ ਖਾਂਦਾ ਸੀ। ਮੈਂ ਹਰ ਸੰਡੇ ਪੈਦਲ ਚੱਲ ਕੇ ਹਰੇ ਕ੍ਰਿਸ਼ਨਾ ਟੈਂਪਲ ਜਾਂਦਾ ਸੀ ਤਾਂ ਕਿ ਹਫ਼ਤੇ ਵਿੱਚ ਇੱਕ ਦਿਨ ਭਰ ਪੇਟ ਖਾਣਾ ਖਾ ਸਕਾਂ। ਇਹ ਮੈਨੂੰ ਬਹੁਤ ਵਧੀਆ ਲੱਗਦਾ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਜੋ ਕੁਝ ਵੀ ਆਪਣੀ ਕਿਉਰਿਓਸਿਟੀ ਅਤੇ ਇੰਟੂਇਸ਼ਨ ਦੇ ਕਾਰਨ ਕਰਿਆ, ਉਹ ਬਾਅਦ ਵਿੱਚ ਮੇਰੇ ਲਈ ਪ੍ਰਾਈਜ਼ਲੈਸ ਸਾਬਤ ਹੋਇਆ। ਲੈਟ ਮੀ ਗਿਵ ਯੂ ਵਨ ਐਗਜ਼ਾਮਪਲ। ਉਸ ਸਮੇਂ ਰੀਡ ਕਾਲਜ ਸ਼ਾਇਦ ਦੇਸ਼ ਦੀ ਸਭ ਤੋਂ ਵਧੀਆ ਥਾਂ ਸੀ ਜਿੱਥੇ ਕੈਲੀਗ੍ਰਾਫੀ ਸਿਖਾਈ ਜਾਂਦੀ ਸੀ। ਬੜੀ ਖੂਬਸੂਰਤੀ ਦੇ ਨਾਲ ਹੱਥਾਂ ਨਾਲ ਕੈਲੀਗ੍ਰਾਫ ਕੀਤਾ ਹੁੰਦਾ ਸੀ। ਪੂਰੇ ਕੈਂਪਸ ਵਿੱਚ ਹਰ ਇੱਕ ਪੋਸਟਰ, ਹਰ ਇੱਕ ਲੇਬਲ, ਜੋ ਕਿ ਮੈਂ ਕਾਲਜ ਡ੍ਰੌਪ ਆਊਟ ਕਰ ਚੁੱਕਿਆ ਸੀ, ਇਸ ਲਈ ਮੈਨੂੰ ਨਾਰਮਲ ਕਲਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਮੈਂ ਫੈਸਲਾ ਲਿਆ ਕਿ ਮੈਂ ਕੈਲੀਗ੍ਰਾਫੀ ਦੀ ਕਲਾਸ ਕਰਾਂਗਾ, ਇਹਨੂੰ ਵਧੀਆ ਤਰੀਕੇ ਨਾਲ ਸਿੱਖਾਂਗਾ। ਮੈਂ ਸੈਰਿਫ, ਸੈਂਸ ਸੈਰਿਫ ਟਾਈਪਫੇਸਿਸ ਬਾਰੇ ਸਿੱਖਿਆ, ਅਲੱਗ-ਅਲੱਗ ਲੈਟਰ ਕੰਬੀਨੇਸ਼ਨ ਵਿਚਕਾਰ ਸਪੇਸ ਵੇਅਰਿੰਗ ਕਰਨਾ ਅਤੇ ਕਿਸੇ ਵਧੀਆ ਟਾਈਪੋਗ੍ਰਾਫੀ ਨੂੰ ਕਿਹੜੀ ਚੀਜ਼ ਵਧੀਆ ਬਣਾਉਂਦੀ ਹੈ, ਇਹ ਵੀ ਸਿੱਖਿਆ। ਇੰਨਾ ਆਰਟਿਸਟਿਕ ਸੀ ਕਿ ਇਸ ਨੂੰ ਸਾਇੰਸ ਦੁਆਰਾ ਕੈਪਚਰ ਨਹੀਂ ਕੀਤਾ ਜਾ ਸਕਦਾ ਸੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ। ਉਸ ਟਾਈਮ ਮੈਨੂੰ ਥੋੜ੍ਹੀ ਵੀ ਉਮੀਦ ਨਹੀਂ ਸੀ ਕਿ ਇਹ ਚੀਜ਼ਾਂ ਦਾ ਇਸਤੇਮਾਲ ਮੈਂ ਆਪਣੀ ਕਦੇ ਲਾਈਫ ਵਿੱਚ ਕਰਾਂਗਾ। ਪਰ 10 ਸਾਲ ਬਾਅਦ ਜਦੋਂ ਅਸੀਂ ਪਹਿਲਾ ਮੈਕਨਟੋਸ਼ ਕੰਪਿਊਟਰ ਬਣਾ ਰਹੇ ਸੀ, ਉਦੋਂ ਇਸ ਨੂੰ ਮਾਈਕ 'ਤੇ ਡਿਜ਼ਾਈਨ ਕਰ ਦਿੱਤਾ ਤੇ ਮੈਂ ਖੂਬਸੂਰਤ ਟਾਈਪੋਗ੍ਰਾਫੀ ਯੁਕਤ ਦੁਨੀਆ ਦਾ ਪਹਿਲਾ ਕੰਪਿਊਟਰ ਬਣਾ ਗਿਆ। ਜਿਵੇਂ ਕਾਲਜ ਡ੍ਰੌਪ ਆਊਟ ਨਾ ਕਰਿਆ ਹੁੰਦਾ ਤਾਂ ਮਾਈਕ ਵਿੱਚ ਮਲਟੀ ਟਾਈਪਫੇਸਿਸ ਤੇ ਪ੍ਰੋਫੈਸ਼ਨਲੀ ਸਪੇਸਡ ਫੌਂਟ ਨਾ ਹੁੰਦੇ।
ਜੋ ਕਿ ਵਿੰਡੋ ਨੇ ਮੈਕ ਦੀ ਕਾਪੀ ਕਰੀ ਸੀ ਤਾਂ ਸ਼ਾਇਦ ਕਿਸੇ ਵੀ ਪਰਸਨਲ ਕੰਪਿਊਟਰ ਵਿੱਚ ਇਹ ਚੀਜ਼ਾਂ ਨਾ ਹੁੰਦੀ। ਜਿਵੇਂ ਕਾਲਜ ਡ੍ਰੌਪ ਆਊਟ ਨਾ ਕਰਿਆ ਹੁੰਦਾ ਤਾਂ ਮੈਂ ਕੈਲੀਗ੍ਰਾਫੀ ਦੀ ਉਹ ਕਲਾਸ ਕਦੇ ਨਾ ਕਰ ਪਾਉਂਦਾ। ਫਿਰ ਸ਼ਾਇਦ ਪਰਸਨਲ ਕੰਪਿਊਟਰ ਵਿੱਚ ਜੋ ਫੌਂਟਸ ਹੁੰਦੇ ਹਨ ਉਹ ਕਦੇ ਨਾ ਹੁੰਦੇ। ਜਦੋਂ ਮੈਂ ਕਾਲਜ ਵਿੱਚ ਸੀ, ਭਵਿੱਖ ਨੂੰ ਦੇਖ ਕੇ ਇਹਨਾਂ ਡਾਟਸ ਨੂੰ ਕਨੈਕਟ ਕਰਨਾ ਇੰਪੋਸੀਬਲ ਸੀ। ਪਰ 10 ਸਾਲ ਬਾਅਦ ਜਦ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤਾਂ ਮੈਨੂੰ ਇਹ ਸਭ ਕੁਝ ਸਾਫ਼ ਨਜ਼ਰ ਆਉਂਦਾ ਹੈ। ਤੁਸੀਂ ਵੀ ਫਿਊਚਰ ਨੂੰ ਦੇਖ ਕੇ ਇਹਨਾਂ ਡਾਟਸ ਨੂੰ ਕਨੈਕਟ ਨਹੀਂ ਕਰ ਸਕਦੇ, ਤੁਸੀਂ ਸਿਰਫ ਪਾਸਟ ਦੇਖ ਕੇ ਡਾਟਸ ਕਨੈਕਟ ਕਰ ਸਕਦੇ ਹੋ। ਇਸ ਲਈ ਤੁਹਾਨੂੰ ਵਿਸ਼ਵਾਸ ਕਰਨਾ ਹੋਵੇਗਾ ਹੁਣ ਜੋ ਹੋ ਰਿਹਾ ਹੈ ਉਹ ਅੱਗੇ ਚੱਲ ਕੇ ਤੁਹਾਡੇ ਫਿਊਚਰ ਨਾਲ ਕਿਤੇ ਨਾ ਕਿਤੇ ਕਨੈਕਟ ਜ਼ਰੂਰ ਹੋ ਜਾਵੇਗਾ। ਤੁਹਾਨੂੰ ਕਿਸੇ ਨਾ ਕਿਸੇ ਚੀਜ਼ ਵਿੱਚ ਵਿਸ਼ਵਾਸ ਕਰਨਾ ਹੋਵੇਗਾ, ਗਟਸ ਵਿੱਚ, ਆਪਣੀ ਡੈਸਟੀਨੀ ਵਿੱਚ, ਜ਼ਿੰਦਗੀ ਜਾਂ ਆਪਣੇ ਕਰਮਾਂ ਵਿੱਚ। ਕਿਸੇ ਨਾ ਕਿਸੇ ਚੀਜ਼ ਵਿੱਚ ਵਿਸ਼ਵਾਸ ਕਰਨਾ ਹੋਵੇਗਾ, ਕਿਉਂਕਿ ਇਸ ਚੀਜ਼ ਵਿੱਚ ਵਿਸ਼ਵਾਸ ਕਰਨਾ ਅੱਗੇ ਚੱਲ ਕੇ ਡਾਟਸ ਕਨੈਕਟ ਹੋਣਗੇ, ਤੁਹਾਨੂੰ ਤੁਹਾਡੇ ਦਿਲ ਦੀ ਆਵਾਜ਼ ਸੁਣਨ ਵਿੱਚ ਹਿੰਮਤ ਦੇਵੇਗਾ, ਤਦ ਵੀ ਜਦ ਤੁਸੀਂ ਅਲੱਗ ਰਸਤੇ 'ਤੇ ਚੱਲ ਰਹੇ ਹੋਵੋਗੇ। ਐਂਡ ਦੈਟ ਵਿਲ ਮੇਕ ਦੀ ਡਿਫਰੈਂਸ। ਮੇਰੀ ਦੂਸਰੀ ਕਹਾਣੀ ਲਵ ਅਤੇ ਲੌਸ ਦੇ ਬਾਰੇ ਵਿੱਚ ਹੈ। ਮੈਂ ਜਿਸ ਚੀਜ਼ ਨੂੰ ਚਾਹੁੰਦਾ ਸੀ ਉਹ ਮੈਨੂੰ ਜਲਦੀ ਹੀ ਮਿਲ ਗਈ। ਬੌਜ ਅਤੇ ਅਸੀਂ ਪੇਰੈਂਟਸ ਦੇ ਗਰਾਜ ਤੋਂ ਐਪਲ ਦੀ ਸ਼ੁਰੂਆਤ ਕਰੀ। ਉਦੋਂ ਮੈਂ 20 ਸਾਲ ਦਾ ਸੀ। ਅਸੀਂ ਬਹੁਤ ਮਿਹਨਤ ਕੀਤੀ ਅਤੇ 10 ਸਾਲ ਬਾਅਦ ਐਪਲ 2 ਲੋਕਾਂ ਤੋਂ ਵੱਧ ਕੇ $2 ਬਿਲੀਅਨ ਅਤੇ 4000 ਲੋਕਾਂ ਦੀ ਕੰਪਨੀ ਬਣ ਗਈ। ਅਸੀਂ ਹਾਲੇ 1 ਸਾਲ ਪਹਿਲਾਂ ਹੀ ਆਪਣੀ ਫਾਈਨੈਸਟ ਕ੍ਰੀਏਸ਼ਨ ਦੀ ਮੈਕਨਟੋਸ਼ ਲਾਂਚ ਕੀਤੀ। ਉਦੋਂ ਮੈਂ 30 ਸਾਲ ਦਾ ਹੋ ਗਿਆ ਸੀ ਅਤੇ ਮੈਨੂੰ ਕੰਪਨੀ ਤੋਂ ਫਾਇਰ ਕਰ ਦਿੱਤਾ ਗਿਆ। ਤੁਸੀਂ ਆਪਣੀ ਬਣਾਈ ਕੰਪਨੀ ਤੋਂ ਹੀ ਕਿਵੇਂ ਕੱਢੇ ਜਾ ਸਕਦੇ ਹੋ? ਅਸੀਂ ਅਜਿਹੇ ਟੈਲੈਂਟਡ ਆਦਮੀ ਨੂੰ ਹਾਇਰ ਕਰਿਆ। ਮੈਂ ਸੋਚਿਆ ਉਹ ਮੇਰੇ ਨਾਲ ਮਿਲ ਕੇ ਕੰਪਨੀ ਰਨ ਕਰੇਗਾ। ਪਹਿਲੇ 1 ਸਾਲ ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਕੰਪਨੀ ਦੇ ਫਿਊਚਰ ਵਿਜ਼ਨ ਨੂੰ ਲੈ ਕੇ ਸਾਡੇ ਦੋਵਾਂ ਵਿਚਕਾਰ ਮਤਭੇਦ ਹੋਣ ਲੱਗੇ। ਗੱਲ ਬੋਰਡ ਆਫ ਡਾਇਰੈਕਟਰਸ ਤੱਕ ਪਹੁੰਚ ਗਈ ਤੇ ਉਹਨਾਂ ਨੇ ਉਸ ਦਾ ਸਾਥ ਦਿੱਤਾ। ਸੋ ਐਟ 30 ਮੈਨੂੰ ਕੱਢ ਦਿੱਤਾ ਗਿਆ, ਪਬਲਿਕਲੀ ਕੱਢ ਦਿੱਤਾ ਗਿਆ। ਜਿਹੜਾ ਮੇਰੀ ਪੂਰੀ ਅਡਲਟ ਲਾਈਫ ਦਾ ਫੋਕਸ ਸੀ ਉਹ ਹੁਣ ਖਤਮ ਹੋ ਚੁੱਕਿਆ ਸੀ ਤੇ ਬਿਲਕੁਲ ਤਬਾਹ ਕਰਨ ਵਾਲਾ ਸੀ। ਮੈਨੂੰ ਸੱਚਮੁੱਚ ਅਗਲੇ ਕੁਝ ਮਹੀਨਿਆਂ ਤੱਕ ਕੁਝ ਸਮਝ ਨਹੀਂ ਆਈ ਕਿ ਮੈਂ ਕੀ ਕਰਾਂ। ਮੈਨੂੰ ਮਹਿਸੂਸ ਹੋਇਆ ਕਿ ਇਹ ਸਭ ਕੁਝ ਇੰਨਾ ਆਸਾਨੀ ਨਾਲ ਐਕਸੈਪਟ ਕਰਕੇ ਮੈਂ ਆਪਣੀ ਪਹਿਲੇ ਦੀ ਜਨਰੇਸ਼ਨ ਦੇ ਐਂਟਰਪ੍ਰੈਨਿਓਰਜ਼ ਨੂੰ ਥੱਲੇ ਝੁਕਾਇਆ। ਮੈਂ ਡੇਵਿਡ ਪਿਕਾਰਡ ਅਤੇ ਬੌਬ ਨੂੰ ਮਿਲਿਆ ਅਤੇ ਉਹਨਾਂ ਤੋਂ ਇਸ ਤਰ੍ਹਾਂ ਸਭ ਕੁਝ ਹੋ ਜਾਣ 'ਤੇ ਮਾਫੀ ਮੰਗੀ। ਮੈਂ ਇੱਕ ਬਹੁਤ ਵੱਡਾ ਪਬਲਿਕ ਫੇਲੀਅਰ ਸੀ। ਇੱਕ ਵਾਰ ਤਾਂ ਮੈਂ ਵੈਲੀ ਛੱਡ ਜਾਣ ਬਾਰੇ ਵੀ ਸੋਚਿਆ ਅਤੇ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਜੋ ਕੰਮ ਮੈਂ ਕਰ ਰਿਹਾ ਹਾਂ ਇਸ ਲਈ ਮੈਂ ਹਲੇ ਵੀ ਓਨਾ ਹੀ ਪੈਸ਼ਨੇਟ ਹਾਂ। ਐਪਲ ਵਿੱਚ ਜੋ ਕੁਝ ਹੋਇਆ ਉਸ ਦੀ ਵਜ੍ਹਾ ਕਰਕੇ ਮੇਰੇ ਪੈਸ਼ਨ ਵਿੱਚ ਜ਼ਰਾ ਵੀ ਕਮੀ ਨਹੀਂ ਸੀ। ਮੈਨੂੰ ਰਿਜੈਕਟ ਕਰ ਦਿੱਤਾ ਗਿਆ, ਪਰ ਮੈਂ ਹਲੇ ਵੀ ਆਪਣੇ ਕੰਮ ਨਾਲ ਪਿਆਰ ਕਰਦਾ ਸੀ। ਇਸ ਲਈ ਮੈਂ ਇੱਕ ਵਾਰ ਫਿਰ ਤੋਂ ਸ਼ੁਰੂਆਤ ਕਰਨ ਬਾਰੇ ਸੋਚਿਆ। ਮੈਂ ਉਦੋਂ ਨਹੀਂ ਸੋਚਿਆ, ਪਰ ਹੁਣ ਮੈਨੂੰ ਲੱਗਦਾ ਹੈ ਕਿ ਐਪਲ ਵਿੱਚੋਂ ਕੱਢੇ ਜਾਣ ਤੋਂ ਜ਼ਿਆਦਾ ਚੰਗੀ ਚੀਜ਼ ਮੇਰੀ ਜ਼ਿੰਦਗੀ ਵਿੱਚ ਹੋਰ ਕੋਈ ਨਹੀਂ ਹੋ ਸਕਦੀ। ਸਕਸੈਸ ਹੋਣ ਦਾ ਬੋਝ ਬਿਗਨਰ ਹੋਣ ਦੇ ਹਲਕੇਪਨ ਵਿੱਚ ਬਦਲ ਚੁੱਕਿਆ ਸੀ। ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਬਹੁਤ ਫਰੀ ਮਹਿਸੂਸ ਕਰ ਰਿਹਾ ਸੀ। ਇਹ ਫਰੀਡਮ ਦੇ ਕਰਕੇ ਹੀ ਮੈਂ ਆਪਣੀ ਲਾਈਫ ਵਿੱਚ ਸਭ ਤੋਂ ਕ੍ਰੀਏਟਿਵ ਪੀਰੀਅਡ ਵਿੱਚ ਜਾ ਸਕਿਆ। ਅਗਲੇ 5 ਸਾਲਾਂ ਵਿੱਚ ਮੈਂ ਇੱਕ ਕੰਪਨੀ ਨੈਕਸਟ ਅਤੇ ਦੂਜੀ ਪਿਕਸਰ ਸਟਾਰਟ ਕਰੀ। ਇਸ ਦੌਰਾਨ ਮੇਰੀ ਮੁਲਾਕਾਤ ਇੱਕ ਬਹੁਤ ਹੀ ਅਮੇਜ਼ਿੰਗ ਲੇਡੀ ਨਾਲ ਹੋਈ ਜੋ ਕਿ ਅੱਗੇ ਚੱਲ ਕੇ ਮੇਰੀ ਵਾਈਫ ਬਣੀ। ਪਿਕਸਰ ਨੇ ਦੁਨੀਆ ਦੀ ਪਹਿਲੀ ਕੰਪਿਊਟਰ ਐਨੀਮੇਟਡ ਮੂਵੀ ਟੋਏ ਸਟੋਰੀ ਬਣਾਈ। ਇਸ ਵਕਤ ਇਹ ਦੁਨੀਆ ਦੀ ਸਭ ਤੋਂ ਸਫਲ ਐਨੀਮੇਸ਼ਨ ਸਟੂਡੀਓ ਹੈ। ਐਪਲ ਨੇ ਕਮਾਲ ਦਾ ਕਦਮ ਉਠਾਇਆ ਤੇ ਨੈਕਸਟ ਨੂੰ ਖਰੀਦ ਲਿਆ ਤੇ ਮੈਂ ਐਪਲ ਵਿੱਚ ਵਾਪਸ ਚਲਾ ਗਿਆ। ਅੱਜ ਐਪਲ ਨੈਕਸਟ ਦੁਆਰਾ ਡਿਵੈਲਪ ਕੀਤੀ ਗਈ ਟੈਕਨੋਲੋਜੀ ਯੂਜ਼ ਕਰਦਾ ਹੈ। ਲਾਰੈਂਸ ਤੇ ਮੇਰਾ ਬਹੁਤ ਸੋਹਣਾ ਪਰਿਵਾਰ ਹੈ। ਮੈਂ ਬਿਲਕੁਲ ਸ਼ੋਰਟੀ ਦੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਮੈਨੂੰ ਐਪਲ ਵਿੱਚੋਂ ਨਾ ਕੱਢਿਆ ਹੁੰਦਾ ਤਾਂ ਮੇਰੇ ਨਾਲ ਇਹ ਸਭ ਕੁਝ ਨਹੀਂ ਹੁੰਦਾ। ਇੱਕ ਕੌੜੀ ਦਵਾਈ ਸੀ, ਪਰ ਮਰੀਜ਼ ਨੂੰ ਇਸ ਦੀ ਜ਼ਰੂਰਤ ਸੀ। ਕਦੇ-ਕਦੇ ਜ਼ਿੰਦਗੀ ਇਸ ਤਰ੍ਹਾਂ ਤੁਹਾਨੂੰ ਵੀ ਠੋਕਰ ਮਾਰਦੀ ਹੈ, ਪਰ ਆਪਣਾ ਵਿਸ਼ਵਾਸ ਨਾ ਖੋਵੋ। ਮੈਂ ਯਕੀਨ ਨਾਲ ਕਹਿ ਸਕਦਾ ਮੈਂ ਇਸ ਲਈ ਅੱਗੇ ਵਧਿਆ ਕਿਉਂਕਿ ਮੈਂ ਆਪਣੇ ਕੰਮ ਨੂੰ ਪਿਆਰ ਕਰਦਾ ਸੀ। ਆਈ ਲਵਡ ਮਾਈ ਵਰਕ। ਤੁਸੀਂ ਅਸਲ ਵਿੱਚ ਕਰਨਾ ਕੀ ਪਸੰਦ ਕਰਦੇ ਹੋ ਇਹ ਤੁਹਾਨੂੰ ਜਾਣਨਾ ਹੋਵੇਗਾ। ਜਿੰਨਾ ਆਪਣੇ ਲਵ ਨੂੰ ਫਾਈਂਡ ਕਰਨਾ ਜ਼ਰੂਰੀ ਹੈ, ਉਨਾ ਹੀ ਉਸ ਕੰਮ ਨੂੰ ਲੱਭਣਾ ਜ਼ਰੂਰੀ ਹੈ ਜਿਸ ਨੂੰ ਤੁਸੀਂ ਸੱਚਮੁੱਚ ਇੰਜੋਏ ਕਰਦੇ ਹੋ। ਤੁਹਾਡਾ ਕੰਮ ਤੁਹਾਡੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਹੋਵੇਗਾ ਤੇ ਫੁੱਲੀ ਸੈਟੀਸਫਾਈਡ ਹੋਣ ਦਾ ਇੱਕੋ ਇੱਕ ਤਰੀਕਾ ਹੈ ਕਿ ਤੁਸੀਂ ਉਹ ਕਰੋ ਜਿਸ ਨੂੰ ਤੁਸੀਂ ਸੱਚਮੁੱਚ ਵੱਡਾ ਕੰਮ ਸਮਝਦੇ ਹੋ। ਅਤੇ ਇੱਕ ਵੱਡਾ ਕੰਮ ਕਰਨ ਦਾ ਇੱਕੋ ਹੀ ਤਰੀਕਾ ਹੈ ਕਿ ਤੁਸੀਂ ਉਹ ਕਰੋ
ਜੋ ਤੁਸੀਂ ਕਰਨਾ ਇੰਜੋਏ ਕਰਦੇ ਹੋ। ਤੁਹਾਨੂੰ ਹਲੇ ਤੱਕ ਉਹ ਕੰਮ ਨਹੀਂ ਮਿਲਿਆ ਤਾਂ ਰੁਕੋ ਨਾ, ਉਸ ਨੂੰ ਲੱਭਦੇ ਰਹੋ। ਜਿਵੇਂ ਕਿ ਦਿਲ ਨਾਲ ਜੁੜੀ ਹਰ ਇੱਕ ਚੀਜ਼ ਨਾਲ ਹੁੰਦਾ ਹੈ, ਉਹ ਜਦੋਂ ਵੀ ਤੁਹਾਨੂੰ ਮਿਲੂਗਾ ਤੁਹਾਨੂੰ ਪਤਾ ਲੱਗ ਜਾਵੇਗਾ। ਜਿਵੇਂ ਕਿ ਕਿਸੇ ਚੰਗੇ ਰਿਲੇਸ਼ਨਸ਼ਿਪ ਵਿੱਚ ਹੁੰਦਾ ਹੈ, ਉਹ ਸਮੇਂ ਦੇ ਨਾਲ ਨਾਲ ਹੋਰ ਚੰਗਾ ਹੁੰਦਾ ਜਾਵੇਗਾ। ਇਸ ਲਈ ਲੱਭਦੇ ਰਹੋ, ਰੁਕੋ ਨਾ। ਮੇਰੀ ਤੀਜੀ ਕਹਾਣੀ ਡੈਥ ਦੇ ਬਾਰੇ ਵਿੱਚ ਹੈ। ਜਦੋਂ ਮੈਂ 17 ਸਾਲ ਦਾ ਸੀ ਤਾਂ ਮੈਂ ਇੱਕ ਕੋਟ ਪੜ੍ਹਿਆ ਜੋ ਇਸ ਤਰ੍ਹਾਂ ਸੀ, ਜੇਕਰ ਤੁਸੀਂ ਹਰ ਰੋਜ਼ ਇੱਦਾਂ ਜੀਓ ਜਿਵੇਂ ਕਿ ਤੁਹਾਡੀ ਜ਼ਿੰਦਗੀ ਦਾ ਆਖਰੀ ਦਿਨ ਹੋਵੇ ਤਾਂ ਤੁਸੀਂ ਕਿਸੇ ਨਾ ਕਿਸੇ ਦਿਨ ਸਹੀ ਸਾਬਤ ਹੋ ਜਾਵੋਗੇ। ਇਸ ਨੇ ਮੇਰੇ ਦਿਮਾਗ 'ਤੇ ਇੰਨਾ ਇੰਪ੍ਰੈਸ਼ਨ ਬਣਾ ਦਿੱਤਾ ਕਿ ਉਸ ਸਮੇਂ ਤੋਂ ਪਿਛਲੇ 33 ਸਾਲਾਂ ਤੋਂ ਮੈਂ ਹਰ ਸਵੇਰ ਉੱਠ ਕੇ ਸ਼ੀਸ਼ੇ ਵਿੱਚ ਦੇਖਿਆ ਹੈ ਅਤੇ ਆਪਣੇ ਤੋਂ ਇੱਕ ਸਵਾਲ ਕੀਤਾ ਹੈ, ਜੇਕਰ ਇਹ ਮੇਰੀ ਜ਼ਿੰਦਗੀ ਦਾ ਆਖਰੀ ਦਿਨ ਹੁੰਦਾ ਤਾਂ ਕੀ ਉਹ ਮੈਂ ਕਰਦਾ ਕਿ ਜਿਹੜਾ ਮੈਂ ਕਰਨ ਵਾਲਾ ਹਾਂ। ਅਤੇ ਜਦੋਂ ਵੀ ਲਗਾਤਾਰ ਕਈ ਦਿਨਾਂ ਤੱਕ ਜਵਾਬ ਨਹੀਂ ਹੁੰਦਾ, ਮੈਂ ਸਮਝ ਜਾਂਦਾ ਕਿ ਕੁਝ ਬਦਲਣ ਦੀ ਜ਼ਰੂਰਤ ਹੈ। ਇਹ ਗੱਲ ਨੂੰ ਯਾਦ ਰੱਖਣਾ ਕਿ ਬਹੁਤ ਜਲਦੀ ਮਰ ਜਾਵਾਂਗਾ ਮੈਨੂੰ ਮੇਰੀ ਜ਼ਿੰਦਗੀ ਦੇ ਵੱਡੇ ਡਿਸੀਜਨ ਲੈਣ ਵਿੱਚ ਸਭ ਤੋਂ ਜ਼ਿਆਦਾ ਮਦਦ ਦਿੰਦਾ ਹੈ। ਜਦੋਂ ਮੈਂ ਇੱਕ ਵਾਰ ਮੌਤ ਦੇ ਬਾਰੇ ਵਿੱਚ ਸੋਚਦਾ ਹਾਂ ਤਾਂ ਸਾਰੀਆਂ ਐਕਸਪੈਕਸ਼ਨ, ਸਾਰਾ ਕੁਝ ਗਾਇਬ ਹੋ ਜਾਂਦਾ ਹੈ ਤੇ ਸਿਰਫ ਉਹੀ ਬਚਦਾ ਹੈ ਜਿਹੜਾ ਅਸਲ ਵਿੱਚ ਜ਼ਰੂਰੀ ਹੋਵੇ। ਇਹ ਗੱਲ ਨੂੰ ਯਾਦ ਰੱਖਣਾ ਕਿ ਇੱਕ ਦਿਨ ਮਰਨਾ ਹੈ। ਕਿਸੇ ਚੀਜ਼ ਨੂੰ ਖੋਣ ਦੇ ਡਰ ਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਤਰੀਕਾ ਹੈ ਤੁਸੀਂ ਪਹਿਲਾਂ ਤੋਂ ਹੀ ਨੰਗੇ ਹੋ। ਇੱਦਾਂ ਦਾ ਕੋਈ ਰੀਜ਼ਨ ਨਹੀਂ ਕਿ ਤੁਸੀਂ ਤੁਹਾਡੇ ਦਿਲ ਦੀ ਨਾ ਸੁਣੋ। ਤਕਰੀਬਨ 1 ਸਾਲ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੈਂਸਰ ਹੈ। ਸਵੇਰੇ 7:30 ਵਜੇ ਮੇਰਾ ਸਕੈਨ ਹੋਇਆ। ਉਸ ਵਿੱਚ ਸਾਫ਼-ਸਾਫ਼ ਦਿਸ ਰਿਹਾ ਸੀ ਕਿ ਮੇਰੇ ਪੈਨਕ੍ਰੀਆਸ ਵਿੱਚ ਟਿਊਮਰ ਹੈ। ਮੈਨੂੰ ਤਾਂ ਪਤਾ ਵੀ ਨਹੀਂ ਸੀ ਕਿ ਪੈਨਕ੍ਰੀਆਸ ਹੁੰਦਾ ਕੀ ਹੈ। ਡਾਕਟਰ ਨੇ ਲਗਭਗ ਯਕੀਨ ਨਾਲ ਦੱਸਿਆ ਕਿ ਮੈਨੂੰ ਅਜਿਹਾ ਕੈਂਸਰ ਹੈ ਜਿਸ ਦਾ ਇਲਾਜ ਪੋਸੀਬਲ ਨਹੀਂ ਹੈ ਅਤੇ ਹੁਣ ਮੈਂ 3 ਤੋਂ 6 ਮਹੀਨਿਆਂ ਦਾ ਹੀ ਮਹਿਮਾਨ ਹਾਂ। ਡਾਕਟਰ ਨੇ ਸਲਾਹ ਦਿੱਤੀ ਕਿ ਮੈਂ ਘਰ ਜਾਵਾਂ। ਗੈਟ ਐਨੀ ਅਫੇਅਰਸ ਇਨ ਆਰਡਰ। ਇਸ ਦਾ ਇਨਡਾਇਰੈਕਟ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਮਰਨ ਦੀ ਤਿਆਰੀ ਕਰ ਲਵੋ। ਇਸ ਦਾ ਮਤਲਬ ਹੈ ਕਿ ਤੁਸੀਂ ਕੋਸ਼ਿਸ਼ ਕਰੋ ਤੁਸੀਂ ਆਪਣੇ ਬੱਚਿਆਂ ਨਾਲ ਉਹ ਸਾਰੀਆਂ ਗੱਲਾਂ ਜੋ ਗੱਲਾਂ ਅਗਲੇ 10 ਸਾਲਾਂ ਵਿੱਚ ਕਰਦੇ ਉਹ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੀ ਕਰ ਲਵੋ, ਤਾਂ ਕਿ ਤੁਹਾਡੇ ਤੋਂ ਬਾਅਦ ਤੁਹਾਡੀ ਫੈਮਿਲੀ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ। ਇਟਸ ਮੀਨ ਟੂ ਸੇ ਯੂਅਰ ਗੁੱਡ ਵਾਈਜ਼। ਮੈਂ ਡਾਇਗਨੋਸਿਸ ਦੇ ਨਾਲ ਪੂਰਾ ਦਿਨ ਲੰਘਾ ਦਿੱਤਾ ਤੇ ਸ਼ਾਮ ਨੂੰ ਮੇਰੀ ਬਾਇਓਪਸੀ, ਜਿੱਥੇ ਮੇਰੇ ਗਲੇ ਦੇ ਰਸਤੇ ਪੇਟ ਵਿੱਚ ਹੁੰਦੇ ਹੋਏ ਮੇਰੀ ਇੰਟੈਸਟਾਈਨਸ ਵਿੱਚ ਐਂਡੋਸਕੋਪ ਪਾਇਆ ਗਿਆ ਅਤੇ ਇੱਕ ਸੂਰੀ ਨਾਲ ਟਿਊਮਰ ਵਿੱਚੋਂ ਕੁਝ ਸੈੱਲ ਕੱਢੇ ਗਏ। ਮੈਂ ਤਾਂ ਬੇਹੋਸ਼ ਸੀ, ਪਰ ਮੇਰੀ ਵਾਈਫ ਜੋ ਉੱਥੇ ਹੀ ਸੀ ਉਸਨੇ ਦੱਸਿਆ ਕਿ ਜਦੋਂ ਡਾਕਟਰ ਨੇ ਮਾਈਕਰੋਸਕੋਪ ਨਾਲ ਮੇਰੇ ਸੈੱਲ ਦੇਖੇ ਤਾਂ ਉਹ ਰੋਣ ਲੱਗਾ। ਦਰਅਸਲ ਸੈੱਲ ਦੇਖ ਕੇ ਡਾਕਟਰ ਸਮਝ ਗਿਆ ਕਿ ਮੈਨੂੰ ਦੁਰਲਭ ਪ੍ਰਕਾਰ ਦਾ ਪੈਨਕ੍ਰੀਆਟਿਕ ਕੈਂਸਰ ਹੈ ਜੋ ਕਿ ਸਰਜਰੀ ਨਾਲ ਠੀਕ ਹੋ ਸਕਦਾ ਹੈ। ਮੇਰੀ ਸਰਜਰੀ ਹੋਈ ਅਤੇ ਮੈਂ ਕਿਸਮਤ ਨਾਲ ਹੁਣ ਠੀਕ ਹਾਂ। ਮੌਤ ਦੇ ਇੰਨਾ ਨੇੜੇ ਮੈਂ ਪਹਿਲਾਂ ਕਦੇ ਨਹੀਂ ਪਹੁੰਚਿਆ ਅਤੇ ਉਮੀਦ ਕਰਦਾ ਕਿ ਅਗਲੇ ਕੁਝ ਦਸ਼ਕਾਂ ਤੱਕ ਪਹੁੰਚਾ ਵੀ ਨਾ। ਇਹ ਸਭ ਦੇਖਣ ਤੋਂ ਬਾਅਦ ਮੈਂ ਹੋਰ ਵੀ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਡੈਥ ਇੱਕ ਯੂਜ਼ਫੁਲ ਬਟ ਇੰਟੈਲੈਕਚੁਅਲ ਕਨਸੈਪਟ ਹੈ। ਕੋਈ ਮਰਨਾ ਨਹੀਂ ਚਾਹੁੰਦਾ, ਇੱਥੋਂ ਤੱਕ ਕਿ ਜੋ ਲੋਕ ਸਵਰਗ ਜਾਣਾ ਚਾਹੁੰਦੇ ਹਨ ਉਹ ਵੀ ਨਹੀਂ। ਫਿਰ ਵੀ ਮੌਤ ਤਾਂ ਉਹ ਮੰਜ਼ਿਲ ਹੈ ਜਿਸ ਨੂੰ ਆਪਾਂ ਸਾਰੇ ਸ਼ੇਅਰ ਕਰਦੇ ਹਾਂ। ਅੱਜ ਤੱਕ ਇਸ ਤੋਂ ਕੋਈ ਨਹੀਂ ਬਚਿਆ ਤੇ ਇਵੇਂ ਹੀ ਹੋਣਾ ਚਾਹੀਦਾ ਹੈ, ਕਿਉਂਕਿ ਸ਼ਾਇਦ ਜ਼ਿੰਦਗੀ ਦੀ ਸਭ ਤੋਂ ਵੱਡੀ ਖੋਜ ਮੌਤ ਹੀ ਹੈ। ਇਹ ਜ਼ਿੰਦਗੀ ਨੂੰ ਬਦਲਦੀ ਹੈ, ਪੁਰਾਣੇ ਨੂੰ ਹਟਾ ਕੇ ਨਵੇਂ ਦਾ ਰਸਤਾ ਖੋਲ੍ਹਦੀ ਹੈ ਅਤੇ ਇਸ ਸਮੇਂ ਨਵੇਂ ਤੁਸੀਂ ਹੋ। ਜ਼ਿਆਦਾ ਨਹੀਂ, ਥੋੜ੍ਹੇ ਦਿਨਾਂ ਵਿੱਚ ਹੀ ਤੁਸੀਂ ਵੀ ਪੁਰਾਣੇ ਹੋ ਜਾਵੋਗੇ ਅਤੇ ਰਸਤੇ ਤੋਂ ਸਾਫ਼ ਹੋ ਜਾਵੋਗੇ। ਇਹਨਾਂ ਡਰਾਮੈਟਿਕ ਹੋਣ 'ਤੇ ਮੈਂ ਮਾफ़ੀ ਚਾਹੁੰਦਾ ਹਾਂ, ਪਰ ਇਹ ਸੱਚ ਹੈ। ਤੁਹਾਡਾ ਟਾਈਮ ਲਿਮਟਿਡ ਹੈ, ਇਸ ਲਈ ਇਸ ਨੂੰ ਹੋਰ ਦੀ ਜ਼ਿੰਦਗੀ ਜੀ ਕੇ ਵੇਸਟ ਨਾ ਕਰੋ। ਬੇਕਾਰ ਦੀ ਸੋਚ ਵਿੱਚ ਨਾ ਫਸੋ। ਆਪਣੀ ਜ਼ਿੰਦਗੀ ਨੂੰ ਦੂਜਿਆਂ ਦੇ ਹਿਸਾਬ ਨਾਲ ਨਾ ਜੀਓ। ਲੋਕਾਂ ਦੇ ਰੌਲਾ ਪਾਉਣ 'ਤੇ ਆਪਣੇ ਅੰਦਰ ਦੀ ਆਵਾਜ਼ ਨੂੰ ਡੁੱਬਣ ਨਾ ਦਿਓ। ਐਂਡ ਮੋਸਟ ਇੰਪੋਰਟੈਂਟ, ਹੈਵ ਦੀ ਕਰੇਜ ਟੂ ਫੋਲੋ ਯੂਅਰ ਹਾਰਟ। ਮੈਂ ਜਦ ਛੋਟਾ ਸੀ ਤਾਂ ਬਹੁਤ ਹੀ ਸ਼ਾਨਦਾਰ ਪਬਲੀਕੇਸ਼ਨ ਦੀ ਹੋਲ ਅਰਥ ਕੈਟਾਲੌਗ ਹੋਇਆ ਕਰਦਾ ਸੀ, ਵਿਚ ਵਾਜ ਵਨ ਆਫ ਦੀ ਬਾਈਬਲਸ ਆਫ ਮਾਈ ਜਨਰੇਸ਼ਨ, ਜੋ ਮੇਰੀ ਜਨਰੇਸ਼ਨ ਦੀ ਬਾਈਬਲਸ ਵਿੱਚੋਂ ਇੱਕ ਸੀ। ਇਹਨੂੰ ਸਟੂਅਰਟ ਬ੍ਰੈਂਡ ਨਾਮ ਦੇ ਇੱਕ ਵਿਅਕਤੀ ਜੋ ਕਿ ਮੈਨਨ ਪਾਰਕ ਤੋਂ ਜ਼ਿਆਦਾ ਦੂਰ ਨਹੀਂ ਰਹਿੰਦਾ ਸੀ, ਉਹਨੇ ਇਸ ਨੂੰ ਆਪਣਾ ਪਿਓਟਿਕ ਟੱਚ ਦੇ ਕੇ ਬਹੁਤ ਹੀ ਜੀਵੰਤ ਬਣਾ ਦਿੱਤਾ। ਇਹ 1960 ਦਸ਼ਕ ਦੀ ਗੱਲ ਹੈ, ਜਦੋਂ ਕੰਪਿਊਟਰ ਅਤੇ ਲੈਪਟਾਪ ਪਬਲਿਸ਼ਿੰਗ ਨਹੀਂ ਹੋਇਆ ਕਰਦੇ ਸੀ। ਪੂਰਾ ਕੈਟਾਲੌਗ ਟਾਈਪਰਾਈਟਰ, ਸੀਜ਼ਰ ਅਤੇ ਪੋਲੋਰਾਇਡ ਕੈਮਰਾਜ਼ ਦੀ ਮਦਦ ਨਾਲ ਬਣਾਇਆ ਜਾਂਦਾ ਸੀ। ਇਹ ਐਵੇਂ ਦਾ ਸੀ ਕਿ ਜਿਵੇਂ ਗੂਗਲ ਨੂੰ ਇੱਕ ਫਾਰਮ ਵਿੱਚ ਕਰ ਦਿੱਤਾ ਗਿਆ ਹੋਵੇ, ਉਹ ਵੀ ਗੂਗਲ ਦੇ ਆਉਣ ਤੋਂ 35 ਸਾਲ ਪਹਿਲਾਂ ਹੀ। ਉਹ ਇੱਕ ਆਦਰਸ਼ਵਾਦੀ ਸੀ, ਵਧੀਆ ਟੂਲਜ਼ ਅਤੇ ਮਹਾਨ ਵਿਚਾਰਾਂ ਨਾਲ ਭਰਿਆ ਹੋਇਆ ਸੀ। ਸਟੇਵਰਡ ਅਤੇ ਉਹਨਾਂ ਦੀ ਟੀਮ ਨੇ ਦੀ ਹੋਲ ਅਰਥ ਕੈਟਾਲੌਗ ਲਈ ਕਈ ਇਸ਼ੂਜ਼ ਕੱਢੇ ਅਤੇ ਅੰਤ ਵਿੱਚ ਇੱਕ ਫਾਈਨਲ ਇਸ਼ੂਜ਼ ਨਿਕਲਿਆ। 1970 ਦੇ ਮੱਧ ਦਸ਼ਕ ਦੀ ਗੱਲ ਹੈ, ਉਸ ਸਮੇਂ ਮੈਂ ਤੁਹਾਡੀ ਉਮਰ ਦਾ ਸੀ। ਫਾਈਨਲ ਇਸ਼ੂ ਦੇ ਬੈਕ ਕਵਰ 'ਤੇ ਅਰਲੀ ਮਾਰਨਿੰਗ ਦੇ ਕਿਸੇ ਕੰਟਰੀ ਰੋਡ ਦੀ ਫੋਟੋਗ੍ਰਾਫ ਸੀ। ਉਹ ਕੁਝ ਇੱਦਾਂ ਦੀ ਸੜਕ ਸੀ ਕਿ ਜੇਕਰ ਤੁਸੀਂ ਐਡਵੈਂਚਰਸ ਹੁੰਦੇ
ਤਾਂ ਕਿਸੇ ਤੋਂ ਲਿਫਟ ਮੰਗਣਾ ਜ਼ਰੂਰ ਚਾਹੁੰਦੀ ਤੇ ਉਸ ਪਿਕਚਰ ਦੇ ਥੱਲੇ ਲਿਖਿਆ ਸੀ ਸਟੇ ਹੰਗਰੀ ਸਟੇ ਫੂਲਿਸ਼। ਇਹ ਉਹਨਾਂ ਦਾ ਫੇਅਰਵੈਲ ਮੈਸੇਜ ਸੀ ਜੋ ਉਹਨਾਂ ਨੇ ਸਾਈਨਡ ਆਫ ਕਰਿਆ। ਸਟੇ ਹੰਗਰੀ ਸਟੇ ਫੂਲਿਸ਼ ਮੈਂ ਆਪਣੇ ਲਈ ਹਮੇਸ਼ਾ ਇਹੀ ਵਿਸ਼ ਕਰਿਆ ਹੈ ਤੇ ਹੁਣ ਜਦੋਂ ਤੁਸੀਂ ਇੱਥੋਂ ਗ੍ਰੈਜੂਏਟ ਹੋ ਰਹੇ ਹੋ ਤਾਂ ਮੈਂ ਤੁਹਾਡੇ ਲਈ ਵੀ ਇਹੀ ਵਿਸ਼ ਕਰਦਾ ਹਾਂ, ਸਟੇ ਹੰਗਰੀ ਸਟੇ ਫੂਲਿਸ਼। ਥੈਂਕ ਯੂ। ਜੇਕਰ ਇਸ ਸਪੀਚ ਦੀ ਤੁਸੀਂ ਇੰਗਲਿਸ਼ ਵਿੱਚ PDF ਫਾਈਲ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੋਇਆ ਹੈ, ਉੱਥੇ ਜਾ ਕੇ ਡਾਊਨਲੋਡ ਕਰ ਸਕਦੇ ਹੋ। ਤੇ ਹੁਣ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਖੁਸ਼ ਰਹੋ, ਮੌਜਾਂ ਮਾਣੋ।